ਹੈਲੋ ਸਟੂਡੈਂਟਸ, ਅਸੀਂ ਕਰ ਰਹੇ ਹਾਂ ਕਲਾਸ 10th ਚੈਪਟਰ 6 ਟ੍ਰਾਇੰਗਲਸ ਐਕਸਰਸਾਈਜ਼ 6.4 ਜਿਸ ਦਾ ਕੁਐਸਚਨ ਹੈ ਸਾਡੇ ਕੋਲ 8th। ਸੋ 8th ਕੁਐਸਚਨ ਦੇ ਵਿੱਚ ਸਾਡੇ ਕੋਲ ਕੀ ਹੈ, ਇੱਕ ਤ੍ਰੈਭੁਜ ABC ਅਤੇ ਇੱਕ BD ਹੈ, ਦੋ ਸਮਭੁਜੀ ਤ੍ਰੈਭੁਜ ਹਨ। ਸੋ ਦੋਵੇਂ ਕੀ ਹਨ ਸਾਡੇ ਕੋਲ ਸਮਭੁਜੀ ਤ੍ਰੈਭੁਜ। ਸੋ ਸਮਭੁਜੀ ਤ੍ਰੈਭੁਜ ਦਾ ਮਤਲਬ ਕਿ ਸਾਡੇ ਕੋਲ ਇਕੁਈਲੇਟਰਲ ਜਿਹੜੀਆਂ ਕਿ ਟ੍ਰਾਇੰਗਲਸ ਜੋ ਦਿੱਤੀਆਂ ਗਈਆਂ ਹਨ, ਸੋ ਜਿਸ ਦੀਆਂ ਤਿੰਨੇ ਭੁਜਾਵਾਂ ਬਰਾਬਰ ਹੁੰਦੀਆਂ ਹਨ। ਇਸ ਪ੍ਰਕਾਰ ਹਨ ਕਿ ਡੀ ਭੁਜਾ BC ਦਾ ਮੱਧ ਬਿੰਦੂ ਹੈ। ਸੋ ਇੱਕ ਪੁਆਇੰਟ D ਹੈ, ਉਹ BC ਸਾਈਡ ਦਾ ਜਿਹੜਾ ਕਿ ਮਿਡ ਪੁਆਇੰਟ ਸਾਡੇ ਕੋਲ ਦਿੱਤਾ ਗਿਆ ਹੈ। ਸੋ ABC ਐਂਡ BD are two equilateral triangles such that D is the midpoint of side BC। ਸੋ ਫਾਈਂਡ ਕੀ ਕਰਨਾ ਹੈ ਅਸੀਂ, ਰੇਸ਼ੋ ਆਫ ਦਾ ਏਰੀਆ ਆਫ ਟ੍ਰਾਇੰਗਲਸ ABC ਐਂਡ BDE ਇਜ਼ ਇਕੁਅਲ ਟੂ ABCD। ਸਾਡੇ ਕੋਲ ਚਾਰ ਆਪਸ਼ਨ ਦਿੱਤੀਆਂ ਗਈਆਂ ਹਨ ਤੇ ਦੇਖਣਾ ਸੀ ਕਿਹੜੀ ਆਪਸ਼ਨ ਸਾਡੇ ਕੋਲ ਜਿਹੜੀ ਕਿ ਸਹੀ ਹੈ। ਸੋ ਸ਼ੁਰੂ ਕਰਦੇ ਹਾਂ ਕੁਐਸਚਨ। ਸਭ ਤੋਂ ਪਹਿਲਾਂ ਟ੍ਰਾਇੰਗਲ ਸੇ ਆ ਜਾਓ ABC। ਸੋ ਸੋਲਿਊਸ਼ਨ, ਇੱਕ ਸਾਡੇ ਕੋਲ ਟ੍ਰਾਇੰਗਲ ਹੈ ਇਸ ਤਰ੍ਹਾਂ ABC, ਇਹ ਸਾਡੇ ਕੋਲ ਟ੍ਰਾਇੰਗਲ ਹੋ ਗਿਆ ABC। ਸੋ BC ਸਾਈਡ ਤੇ ਇੱਕ ਪੁਆਇੰਟ ਹੈ D। ਸੋ ਉਹ ਕੀ ਹੈ, BC ਸਾਈਡ ਦਾ ਮੱਧ ਬਿੰਦੂ। ਸੋ ਇੱਥੇ ਪੁਆਇੰਟ ਆ ਗਿਆ D। ਸੋ ਲਿਖਦੇ ਹਾਂ ਅਸੀਂ ਤ੍ਰੈਭੁਜ ABC ਸਮਭੁਜੀ D ਭੁਜਾ BC ਦਾ ਮੱਧ ਬਿੰਦੂ ਹੈ। ਹੁਣ ਸਭ ਤੋਂ ਪਹਿਲਾਂ ਜਿਹੜੀ ਭੁਜਾ ABC ਮੱਧ ਬਿੰਦੂ ਹੈ, ਜਿਹੜੀ ਭੁਜਾ ABC ਹੈ ਸਾਡੇ ਕੋਲ ਇੱਕ ਸਮਭੁਜੀ ਤ੍ਰੈਭੁਜ ਹੈ। ਸੋ ਜਦੋਂ ਇਹ ਸਾਡੇ ਕੋਲ ਸਮਭੁਜੀ ਤ੍ਰੈਭੁਜ ਹੈ ਤਾਂ ਇਸ ਦੀਆਂ ਸਾਰੀਆਂ ਭੁਜਾਵਾਂ ਸਾਡੇ ਕੋਲ ਕੀ ਹੋਣਗੀਆਂ, ਉਹ ਬਰਾਬਰ ਹੋਣਗੀਆਂ। ਸੋ ਇਸ ਲਈ ਸਾਡੇ ਕੋਲ ਇਹ ਸਾਰੀਆਂ ਭੁਜਾਵਾਂ ਕੀ ਆ ਗਈਆਂ, ਸਾਡੇ ਕੋਲ A ਦੇ ਬਰਾਬਰ ਜਿਹੜੀਆਂ ਕਿ ਆ ਜਾਂਦੀਆਂ ਹਨ। ਇਸ ਲਈ AB ਬਰਾਬਰ BC ਬਰਾਬਰ ਹੈ ਸਾਡੇ ਕੋਲ AC ਬਰਾਬਰ ਅਸੀਂ ਮੰਨਦੇ ਹਾਂ A, ਕਿਉਂਕਿ ABC ਸਮਭੁਜੀ ਤ੍ਰੈਭੁਜ ਹੈ। ਸੋ ਇਹ ਆ ਗਿਆ ਸਾਡੇ ਕੋਲ। ਹੁਣ ਸਾਡੇ ਕੋਲ ਇੱਕ ਤ੍ਰੈਭੁਜ ਦਿੱਤੀ ਗਈ ਹੈ BDE। ਸੋ BDE ਤ੍ਰੈਭੁਜ ਜਿਹੜੀ ਸਾਡੇ ਕੋਲ ਕਿਸ ਤਰ੍ਹਾਂ ਬਣਦੀ ਹੈ, ਹੁਣ ਦੇਖੋ ਪੁਆਇੰਟ B ਵੀ ਹੈ, D ਪੁਆਇੰਟ ਵੀ ਹੈ। ਹੁਣ E ਪੁਆਇੰਟ ਜਾਂ ਤਾਂ ਇਸ ਸਾਈਡ ਤੇ ਆਏਗਾ, ਜਾਂ ਸਾਡੇ ਕੋਲ AC ਸਾਈਡ ਤੇ ਆਏਗਾ, ਜਾਂ ਸਾਡੇ ਕੋਲ AB ਤੇ ਆਏਗਾ। ਜੇਕਰ ਮੈਂ E ਪੁਆਇੰਟ ਇੱਧਰ ਲੈਂਦਾ ਹਾਂ ਤਾਂ ਇਸ ਤਰ੍ਹਾਂ ਮੇਰੇ ਕੋਲ ਕੋਈ ਵੀ ਤ੍ਰੈਭੁਜ ਜਿਹੜੀ BDE ਨਹੀਂ ਬਣਨੀ, ਠੀਕ ਹੈ। ਤਾਂ ਮੇਰੇ ਕੋਲ ਉਹ ਸਮਭੁਜੀ ਤ੍ਰੈਭੁਜ ਨਹੀਂ ਬਣਨੀ ਹੈ। ਧਿਆਨ ਨਾਲ ਦੇਖੋ ਕਿ ਮੈਂ ਇੱਧਰ E ਪੁਆਇੰਟ ਲੈ ਲਿਆ ਤਾਂ ਇੱਥੋਂ ਮੈਂ ਇੱਕ ਤ੍ਰੈਭੁਜ ਬਣਾਤੀ। ਕਿ ਇਹ ਤ੍ਰੈਭੁਜ ਸਾਨੂੰ ਸਮਭੁਜੀ ਤ੍ਰੈਭੁਜ ਲੱਗ ਰਹੀ ਹੈ, ਨਹੀਂ ਨਾ ਲੱਗ ਰਹੀ। ਸੋ ਇਹਦਾ ਮਤਲਬ ਕਿ E ਪੁਆਇੰਟ AC ਭੁਜਾ ਤੇ ਨਹੀਂ ਹੋਵੇਗਾ। ਸੋ ਹੁਣ E ਪੁਆਇੰਟ ਕਿੱਧਰ ਆ ਗਿਆ, ਸਾਡੇ ਕੋਲ AB ਭੁਜਾ ਤੇ। ਹੁਣ ਅਸੀਂ ਇਸ ਨੂੰ ਮਿਲਾਤਾ, E ਨੂੰ D ਦੇ ਨਾਲ ਮਿਲਾਤਾ ਤਾਂ ਸਾਡੇ ਕੋਲ ਇੱਕ BED ਇੱਕ ਸਮਭੁਜੀ ਤ੍ਰੈਭੁਜ ਜਿਹੜੀ ਉਹ ਤਿਆਰ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਸਾਡੇ ਕੋਲ ਇਹ ਭੁਜਾਵਾਂ ਜਿਹੜੀਆਂ ਆਪਸ ਦੇ ਵਿੱਚ ਹੋਣਗੀਆਂ ਬਰਾਬਰ, ਅਤੇ ਇਹ ਭੁਜਾਵਾਂ ਜਿਹੜੀਆਂ ਸਾਡੇ ਕੋਲ ਇਹ ਆਪਸ ਵਿੱਚ ਬਰਾਬਰ ਹਨ। ਹੁਣ ਤ੍ਰੈਭੁਜ BDE ਸਮਭੁਜੀ ਤ੍ਰੈਭੁਜ ਹੈ। ਹੁਣ ਇਸ ਦਾ ਇੱਕ ਬਿੰਦੂ ਹੈ D, ਜਿਹੜਾ ਇਸ ਦਾ ਮੱਧ ਬਿੰਦੂ ਹੈ, ਠੀਕ ਹੈ ਨਾ। BC ਭੁਜਾ ਦਾ ਮੱਧ ਬਿੰਦੂ ਹੈ। ਸੋ ਜਿਹੜੀ BD ਹੈ ਕਿਹਦੇ ਬਰਾਬਰ ਹੋਏਗੀ, ਧਿਆਨ ਨਾਲ ਸਮਝੋ ਕਿ ਜੋ ਮੱਧ ਬਿੰਦੂ ਹੈ ਤਾਂ ਮੱਧ ਬਿੰਦੂ ਜਿਹੜਾ ਹੁੰਦਾ ਭੁਜਾ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡ ਦਿੰਦਾ ਹੈ। BD ਬਰਾਬਰ ED ਬਰਾਬਰ BE ਬਰਾਬਰ ਹੋ ਜਾਏਗਾ ਸਾਡੇ ਕੋਲ A/2, ਕਿਉਂਕਿ D BC ਦਾ ਮੱਧ ਬਿੰਦੂ। ਸੋ D ਜਿਹੜਾ ਹੈ ਇਸ ਭੁਜਾ ਨੂੰ ਤਾਂ ਦੋ ਬਰਾਬਰ ਭਾਗਾਂ ਵਿੱਚ ਵੰਡਦਾ ਹੀ ਹੈ। ਸੋ ਜਿਹੜਾ BD ਆਉਂਦੀ ਸਾਡੇ ਕੋਲ A/2 ਆਉਂਦੀ ਹੈ। ਸੋ BD ਕਿਹਦੇ ਬਰਾਬਰ ਹੈ, ED ਦੇ। ਸੋ ਇਹ ਵੀ A/2 ਆ ਗਈ, ਤਾਂ ਇਹ ਵੀ ਸਾਡੇ ਕੋਲ A/2 ਆ ਜਾਂਦੀ ਹੈ। ਹੁਣ ਜਿਹੜੀਆਂ ਸਮਭੁਜੀ ਤ੍ਰੈਭੁਜ ਹੁੰਦੀਆਂ ਨੇ ਉਸ ਦੇ ਜਿਹੜੇ ਕੋਣ ਹੁੰਦੇ ਹਨ ਸਾਡੇ ਕੋਲ 60 ਡਿਗਰੀ ਦੇ ਬਰਾਬਰ ਹੁੰਦੇ ਹਨ। ਤਿੰਨੋਂ ਹੀ ਕੋਣ ਸਾਡੇ ਕੋਲ 60 ਡਿਗਰੀ ਜਿਹੜੇ ਕਿ ਹੁੰਦੇ ਹਨ। ਹੁਣ ਅਸੀਂ ਸਿੱਧ ਜੋ ਕਰਨਾ ਹੈ ਉਹ ਕੀ ਹੈ, ਸਾਡੇ ਕੋਲ ਖੇਤਰਫਲ ABC, ਖੇਤਰਫਲ ਤ੍ਰੈਭੁਜ ABC ਓਵਰ ਖੇਤਰਫਲ ਤ੍ਰੈਭੁਜ BDE ਬਰਾਬਰ ਦੱਸਣਾ ਹੈ ਕਿ ਕਿਹੜੀ ਰੇਸ਼ੋ ਦੇ ਸਾਡੇ ਕੋਲ ਬਰਾਬਰ ਆਉਂਦਾ ਹੈ। ਇਹਨਾਂ ਚਾਰਾਂ ਵਿੱਚੋਂ ਸਾਡੇ ਕੋਲ ਇੱਕ ਆਪਸ਼ਨ ਜਿਹੜੀ ਉਹ ਹੋਵੇਗੀ।
ਹੁਣ ਜਦੋਂ ਇਹ ਦੋਵੇਂ ਤ੍ਰੈਭੁਜ ਸਾਡੇ ਕੋਲ ਸਮਰੂਪ ਤ੍ਰੈਭੁਜ ਬਣ ਜਾਂਦੇ ਹਨ ਜਾਂ ਸਰਬੰਗ ਤ੍ਰੈਭੁਜ ਹੋ ਜਾਂਦੇ ਹਨ ਤਾਂ ਸਾਡੇ ਕੋਲ ਜਿਹੜਾ ਹੈ ਕਿ ਖੇਤਰਫਲ ਦੀ ਗੱਲ ਕੀਤੀ ਗਈ, ਜਿਹੜਾ ਖੇਤਰਫਲ ਬਰਾਬਰ ਹੁੰਦਾ ਹੈ ਸਾਡੇ ਕੋਲ ਇਹ ਹੋਵੇਗਾ ਇਹਦੀਆਂ ਸੰਗਤ ਭੁਜਾਵਾਂ ਦੇ ਵਰਗਾਂ ਦੇ ਅਨੁਪਾਤ ਦੇ ਬਰਾਬਰ। ਮੰਨ ਲਓ ਅਸੀਂ ਲੈਂਦੇ ਹਾਂ BD, ਫਿਰ ਅਸੀਂ ਲੈ ਲਈ ਸਾਰੀ ਭੁਜਾ BC, ਠੀਕ ਹੈ। ਇਸ ਤਰ੍ਹਾਂ ਇਹ ਸਾਡੇ ਕੋਲ ਆ ਗਿਆ ਉਸ ਦਾ ਉੱਪਰ ਜਿਹੜਾ ਹੈ ਉਹਦਾ ਵਰਗ ਜਿਹੜਾ ਉਹ ਆ ਜਾਂਦਾ ਹੈ। ਹੁਣ BC ਭੁਜਾ ਕਿੰਨੀ ਹੈ ਸਾਡੇ ਕੋਲ, ਤਾਂ ਕੋਈ ਇੱਕੋ ਹੀ ਭੁਜਾ ਲਿਖ ਲਓ, ਜ਼ਿਆਦਾ ਲਿਖਣ ਦੀ ਲੋੜ ਨਹੀਂ ਸਾਡੇ ਕੋਲ, ਬਾਕੀ ਵੀ ਲਿਖਣੀਆਂ। ਤੁਹਾਡੇ ਕੋਲ ਦੇਖੋ A ਦੇ ਸਾਹਮਣੇ BC ਸੀ, E ਦੇ ਸਾਹਮਣੇ BD ਸੀ, ਫਿਰ ਤੁਸੀਂ ਦੂਸਰੀ ਤਰ੍ਹਾਂ ਦੇਖ ਲਓ ਕਿ B ਦੇ ਓਪੋਜ਼ਿਟ ਕਿਹੜੀ ਸਾਡੇ ਕੋਲ ਭੁਜਾ ਆਉਂਦੀ ਹੈ AC। ਸੋ ਇਸ ਤਰ੍ਹਾਂ ਸਾਡੇ ਕੋਲ AD ਆ ਜਾਏਗੀ। ਸੋ ਬਰਾਬਰ ਆ ਜਾਏਗਾ ਸਾਡੇ ਕੋਲ ਇੱਧਰ AC ਓਵਰ AD, ਇਹਦਾ ਸਕੁਅਰ ਆ ਜਾਏਗਾ। ਸੋ ਰਹਿ ਗਈ ਸਾਡੇ ਕੋਲ ਇੱਕ ਸਾਈਡ ਸਾਡੇ ਕੋਲ ਕਿਹੜੀ ਰਹਿ ਗਈ AB ਓਵਰ BD, ਸੌਰੀ AB ਓਵਰ BE। ਇਹ ਸਾਡੇ ਕੋਲ ਬਣਦਾ ਹੈ। ਹੁਣ BC ਭੁਜਾ ਸਾਡੇ ਕੋਲ ਕਿੰਨੀ ਹੈ A, ਅਤੇ ਸਾਡੇ ਕੋਲ BD ਕਿੰਨੀ ਹੈ A/2, A/2। ਸੋ ਸਾਰੇ ਦਾ ਵਰਗ ਆ ਗਿਆ ਸਾਡੇ ਕੋਲ। ਸੋ A ਦਾ ਵਰਗ, ਨੀਚੇ ਵਾਲੇ ਦਾ ਵਰਗ ਕਰੋ A/2, ਇਹਦਾ ਸਾਰੇ ਦਾ ਵਰਗ ਕੀਤਾ, ਸਾਡੇ ਕੋਲ ਆ ਗਿਆ A ਦਾ ਵਰਗ, ਨੀਚੇ ਆ ਗਿਆ A ਦਾ ਵਰਗ, 2 ਦਾ ਵਰਗ ਕੀਤਾ, ਸਾਡੇ ਕੋਲ ਆ ਗਿਆ 4। ਹੁਣ ਸਾਡੇ ਕੋਲ ਬਣਦਾ ਹੈ A² ਓਵਰ ਇੱਥੇ 1 ਲਗਾਉਂਦੇ ਹਾਂ। ਦੇਖੋ ਨੀਚੇ ਸਾਡੇ ਕੋਲ ਬਟਾ ਦਿੱਤਾ ਗਿਆ, ਉੱਪਰ ਨਹੀਂ ਹੈ, ਅਸੀਂ ਉੱਪਰ 1 ਲਗਾਤਾ ਨੀਚੇ, ਮਲਟੀਪਲਾਈ ਇਹਨੇ ਸਾਡੇ ਕੋਲ ਰੈਸੀਪ੍ਰੋਕਲ ਹੋ ਜਾਣਾ, ਉਲਟ ਜਾਏਗਾ। ਸਾਡੇ ਕੋਲ ਹੈਗਾ 4/A²। ਸੋ A² ਨਾਲ A² ਕੈਂਸਲ, ਸਾਡੇ ਕੋਲ ਹੈਗਾ 4/1। ਸੋ ਜਿਹੜਾ ਬਰਾਬਰ ਹੈਗਾ 4:1। ਸੋ ਇਸ ਦਾ ਅਨੁਪਾਤ ਕੀ ਆ ਜਾਏਗਾ ਸਾਡੇ ਕੋਲ ਆਪਸ਼ਨ C ਆਪਸ਼ਨ ਜਿਹੜਾ ਸਾਡੇ ਕੋਲ ਆਨਸਰ ਦੇ ਵਿੱਚ ਆ ਜਾਂਦਾ ਹੈ ਕਿ ਇਸ ਦਾ ਅਨੁਪਾਤ 4:1 ਆਉਂਦਾ ਹੈ। ਸੋ ਕੁਐਸਚਨ ਦੇ ਵਿੱਚ ਸਾਡੇ ਕੋਲ ਦੋ ਤ੍ਰੈਭੁਜ ਦੋ ਤ੍ਰੈਭੁਜ ਬਣ ਗਏ ਸੀ ABC ਅਤੇ BD। ਸੋ ਦੋਵੇਂ ਸਾਡੇ ਕੋਲ ਦੇਖੋ ਉਹਨਾਂ ਦੀਆਂ ਭੁਜਾਵਾਂ ਲਈਆਂ, ਭੁਜਾਵਾਂ ਜਦੋਂ ਲੈਂਦੇ ਆ ਤਾਂ ਖੇਤਰਫਲ ਕਿਹਦੇ ਬਰਾਬਰ ਹੋ ਗਿਆ ਸਾਡੇ ਕੋਲ, ਉਹਦੀਆਂ ਸੰਗਤ ਭੁਜਾਵਾਂ ਦੇ ਵਰਗਾਂ ਦੇ ਅਨੁਪਾਤ ਦੇ ਬਰਾਬਰ। ਸੋ ਉਸਦੀਆਂ ਸਾਈਡ ਅਸੀਂ ਪੁੱਟ ਕੀਤੀਆਂ, ਜਿੰਨੀ ਵੀ ਸਾਡੇ ਕੋਲ A ਸੀ, ਇੱਕ ਦੂਸਰੀ ਸਾਡੇ ਕੋਲ A/2 ਸੀ, ਤਾਂ ਸਾਡੇ ਕੋਲ ਆਨਸਰ ਆ ਗਿਆ 4:1। ਸੋ ਉਮੀਦ ਕਰਦਾ ਇਹ ਕੁਐਸਚਨ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਸੋ ਵੱਧ ਤੋਂ ਵੱਧ ਬੱਚਿਆਂ ਤੱਕ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਜੇ ਕੁਝ ਕਮੀ ਲੱਗਦੀ ਹੈ ਤਾਂ ਕਮੈਂਟ ਕਰਕੇ ਦੱਸੋ। ਸੋ ਥੈਂਕ ਯੂ, ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਨੈਕਸਟ ਕੁਐਸਚਨ ਦੇ ਨਾਲ।